जग्गा मजीठिया जी ये क्लीयर है कि 22 ਦੀਆਂ ਚੋਣਾਂ ਵਿੱਚ जग्गा मजीठिया ही मजीठे तो ਜਿਹੜੀ ਆ बिक्रमजीत मजीठिया ਦੇ ਖਿਲਾਫ ਇਲੈਕਸ਼ਨ ਲੜਨਗੇ। मैं सोशल मीडिया ਤੇ ਦੇਖਿਆ ਸੀ ਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਵਾਰੇ जग्गा मजीठिया ਨੂੰ ਹੀ ਹਲਕਾ ਇੰਚਾਰਜ ਲਗਾਇਆ ਜਾਵੇ ਤੇ जग्गा मजीठिया ਨੂੰ ਲੋਕ ਚਾਹੁੰਦੇ ਨੇ ਤਾਂ ਪਿਛਲੇ 30 ਸਾਲ ਦੇ ਵਿੱਚ ਜਾਂ ਜਿਵੇਂ 2007 ਦੀ ਗੱਲ ਕੀਤੀ ਆ ਤੁਸੀਂ ਤਾਂ ਉਦੋਂ ਤੋਂ जग्गा मजीठिया ਨੂੰ ਕਿਉਂ ਨਹੀਂ ਉਤਾਰਿਆ ਗਿਆ? ਹੋ ਸਕਦਾ ਕਿ ਤੁਸੀਂ ਉਸ ਵੇਲੇ ਐਮਐਲਏ ਬਣ ਜਾਂਦੇ। 17 ਦੀ ਤਕਰੀਬਨ ਜਿੱਤੀ ਸੀ ਜਨਤਾ ਨੇ ਜਿਤਾ ਦਿੱਤੀ ਸੀ ਪਰ ਇੱਕ ਗਲਤ ਦੁਰਵਰਤੋਂ ਪੈਸੇ ਦੀ ਕਰਕੇ ਕਿੰਨੂੰ ਨਹੀਂ ਪਤਾ ਵੀ ਕਿੰਨਾ ਪੈਸਾ ਇੱਥੇ ਵਰਤਿਆ। ਕਿਸ ਤਰ੍ਹਾਂ ਚੈੱਕ ਆਏ ਸ਼ਹਿਰੋਂ ਕਈ ਫਰਮਾਂ ਨੇ ਚੈੱਕ ਭੇਜੇ ਸੀ ਹਰ ਪਿੰਡ 'ਚ 2-2 3-3 ਲੱਖ ਦੇ ਗੁਰਦੁਆਰਿਆਂ 'ਚ ਚੈੱਕ ਗਏ ਸੀ। ਜਿਵੇਂ ਆਪਣੀ ਬੇਅਦਬੀ ਕਰਾਈ ਨਸ਼ੇ ਦੇ ਇੱਥੇ ਕੰਮ ਉਹਨਾਂ ਨੇ ਕਰਾਏ ਇਹ ਲੋਕ ਭਲੀ ਭਾਂਤ ਜਾਣਦੇ ਨੇ। ਬਾਕੀ ਜਦੋਂ ਆਪਾਂ ਮੈਦਾਨ ਵਿੱਚ ਕਿੰਨਾ ਨੇ ਕਰਾਏ ਜੀ? ਇਹ ਬਿਕਰਮ ਸਿੰਘ ਹੋਣਾ ਕਰਾਏ ਬਾਦਲਾਂ ਨੇ ਕਰਾਏ ਕਿੰਨੂੰ ਨਹੀਂ ਪਤਾ ਬੱਚੇ ਨੂੰ ਪਤਾ ਵਾ। जग्गा मजीठिया जी गल करिए कि पंजाब दे विच कांग्रेस की सरकार आ अज भी लोगों का कहना है कि सरकार कांग्रेस की है चलती इत्थे अकाली दल की है राज अकाली दल का वा। खास करके जो तुहाडे मजीठिया हल्के की गल करा किसी ने किसी थाने च फोन करना होवे तां लगदा कि सब तो पहला उत्थे बिक्रमजीत मजीठिया का फोन चलदा। ये काम होना चाहिए ਜਾਂ नहीं होना चाहिए तुसीं किवें वेखदे? ਇਹ ਮਤਲਬ ਜਦੋਂ ਆਪਾਂ ਘੋਲਣ ਡੇ ਉਹਦੇ ਵਿੱਚ ਕਈ ਵਾਰ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਵੱਡਾ ਭਲਵਾਨ ਹੈ ਪਰ ਵੱਡੇ ਨੂੰ ਛੋਟੇ ਭਲਵਾਨ ਕਈ ਵਾਰ ਟਾਲ ਦਿੰਦੇ ਹੁੰਦੇ ਆ। ਇਹ ਜਨਤਾ ਜਨਾਰਦਨ ਆ ਇਹ ਜਨਤਾ ਦਾ ਫੈਸਲਾ ਇਹ ਸਿਰਫ ਐਵੇਂ ਮਤਲਬ ਸ਼ੋਸ਼ੇ ਛੱਡਣ ਡੇ ਆ। ਸਰਕਾਰ ਇਹਨਾਂ ਦੀ ਕਿੱਥੇ ਆ ਜਾਣੀ ਜੀ ਮਾਲ ਵਿੱਚ ਇਹਨਾਂ ਨੂੰ ਕੋਈ ਵੰਡ ਨਹੀਂ ਦੇਣ ਡਿਆ ਬਣਾ ਕੇ ਬੈਠੇ ਸਰਕਾਰ ਕਹਿੰਦੇ ਬਾਈ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੈ। ਮੈਂ ਕਿਹਾ ਜੀ ਹੁਣ ਉਹਨਾਂ ਦੇ ਕਹਿਣ ਨਾਲ ਥੋੜਾ ਬਣ ਜਾਣੀ ਬਣਾਉਣੀ ਤੇ ਤੁਹਾਨੂੰ ਪਹਿਲਾਂ ਮੈਂ ਕਿਹਾ ਜਨਤਾ ਨੇ ਆ। ਜੇ ਤੁਸੀਂ ਚੰਗੇ ਕੰਮ ਕੀਤੇ ਤਾਂ ਤੁਹਾਨੂੰ ਤੇ ਕਿਸੇ ਇਲਜ਼ਾਮ ਦੀ ਲੋੜ 10 ਸਾਲ ਸਰਕਾਰ ਕੀਤੀ ਚੰਗੇ ਕੰਮ ਕੀਤੇ ਫਿਰ 17 ਦੀ ਕਿਉਂ ਨਹੀਂ ਜਿੱਤ ਗਏ ਕਿੰਨੀ ਬੁਰੀ ਤਰ੍ਹਾਂ ਰਹੇ ਜੇ ਤੀਜੇ ਨੰਬਰ ਤੇ ਚਲ ਗਏ ਜੇ। अजकल जो कांग्रेस के अंदर भी काटो कलेश चल रहा नवजोत सिंह सिद्धू तुहाडा वखरा बनया होया कैप्टन तुहाडा वखरा बनया बोर्ड लगाए जा रहे ਵੱਖ-ਵੱਖ शहरों के अगर जे 20 तरीक को सोनिया गांधी कोई इसे तरीके का फैसला दे देंगे नवजोत सिंह सिद्धू के हक या कैप्टन के हक च तां लाली मजीठिया जग्गा मजीठिया किधर स्टैंड करते हैं? स्काई न्यूज़ पंजाब तुसीं देख रहे हो मैं जगतार माला। कुछ ही महीनों बाद विधान सभा ਦੀਆਂ ਚੋਣਾਂ आ रही ने सियासी पार्टियां ਵੱਲੋਂ कुछ हलकिਆਂ ਦੇ ਵਿੱਚ ਆਪਣੇ हल्का इंचार्ज ਜਿਹੜੇ ਉਤਾਰ ਦਿੱਤੇ ਨੇ। ਗੱਲ ਕਰਾਂਗੇ ਕਾਂਗਰਸ ਦੀ ਤਾਂ ਕਾਂਗਰਸ ਵੱਲੋਂ ਵੀ ਕੁਝ ਹਲਕਿਆਂ ਦੇ ਵਿੱਚ ਜਿਹੜੇ ਹਲਕੇ ਇੰਚਾਰਜ ਜਿਹੜੇ ਨੇ ਉਤਾਰੇ ਹੋਏ ਨੇ। ਖਾਸ ਕਰਕੇ ਜੇ ਮਾਝੇ ਦੀ ਗੱਲ ਕਰਾਂਗੇ ਤਾਂ ਮਾਝੇ ਦੀ ਸਭ ਤੋਂ ਜ਼ਿਆਦਾ ਹੌਟ ਸੀਟ ਵਿਧਾਨ ਸਭਾ ਹਲਕਾ ਮਜੀਠਾ ਮੰਨੀ ਜਾਂਦੀ ਹੈ ਕਿਉਂਕਿ ਬਿਕਰਮਜੀਤ ਮਜੀਠੀਆ ਲਗਾਤਾਰ ਇੱਥੋਂ ਇਲੈਕਸ਼ਨਾਂ ਲੜਦੇ ਆ ਰਹੇ ਨੇ ਤੇ ਐਮਐਲਏ ਬਣਦੇ ਆ ਰਹੇ ਨੇ। ਤਾਂ ਹੁਣ ਪਾਰਟੀ ਵੱਲੋਂ ਲਾਲੀ ਮਜੀਠੀਆ ਹੋਣਾ ਦੇ ਛੋਟੇ ਭਰਾ जग्गा मजीठिया ਨੂੰ ਜਿਹੜਾ ਵਾ ਭਰੋਸਾ ਜਤਾਇਆ ਉਹਨਾਂ ਨੂੰ ਹਲਕਾ ਇੰਚਾਰਜ ਜਿਹੜਾ ਇਸ ਵੇਲੇ ਲਾਇਆ ਹੋਇਆ ਤੇ जग्गा मजीठिया ਸਾਡੇ ਨਾਲ ਨੇ ਪੂਰੀ ਗੱਲਬਾਤ ਕਰਾਂਗੇ। जग्गा मजीठिया ਜੀ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜਗਤਾਰ ਜੀ ਤੇ ਤੁਹਾਡਾ ਚੈਨਲ ਜਿਹੜਾ ਸਕਾਈ ਨਿਊਜ਼ ਪੰਜਾਬ ਇਹਨਾਂ ਦਾ ਧੰਨਵਾਦ ਹੈ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਸਾਡੇ ਕੋਲ ਪਹੁੰਚੇ ਜੇ। ਸੋ ਮੈਂ ਰਿਣੀ ਹਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ। जग्गा मजीठिया जी गल करिए तो इस मजीठे हल्के की सब तो हॉट सीट मनी जाती है पूरे पंजाब तो ला लो या पूरे माझे की गल कर लो तो पार्टी वालों पहला लाली मजीठिया जी ने इत्थों इलैक्शन जो लड़ाया जाता सी उन्होंने वालों हल्का इंचार्ज लाया जाता सी। इस बार पार्टी ने तुहाडे ते भरोसा की वेख के कीता की कर रहे तुहाडे ते भरोसा दोबारा कीता? गल इस तरह जी मैं तकरीबन 1992 ਵਿੱਚ ਕੌਂਸਲਰ ਦੀ ਇਲੈਕਸ਼ਨ ਲੜੀ ਸੀ ਮਜੀਠਿਓਂ। ਉਸ ਤੋਂ ਬਾਅਦ ਮੈਂ 98-99 ਚ ਡਿੰਪਾਈ ਜਦੋਂ ਪ੍ਰਧਾਨ ਸੀ ਯੂਥ ਕਾਂਗਰਸ ਉਦੋਂ ਮੈਂ ਐਜ ਏ ਜਨਰਲ ਸੈਕਟਰੀ ਜਿਹੜੀ ਪਹਿਲੀ 5 ਬੰਦਿਆਂ ਦੀ ਲਿਸਟ ਉਹਦੇ ਵਿੱਚ ਮੇਰਾ ਨਾਮ ਪਿਆ ਸੀਗਾ ਤੇ ਮੇਰੇ ਵੱਡੇ ਬ੍ਰਦਰ ਲਾਲੀ ਮਜੀਠੀਆ ਜੀ ਸਰਵਿਸ ਕਰਦੇ ਸੀਗੇ ਪਰ ਉਸ ਤੋਂ ਪਹਿਲਾਂ ਇਹ ਯੂਥ 'ਚ ਕੰਮ ਕਰਦੇ ਰਹੇ ਆ। ਜਦੋਂ 2007 ਦੀ ਇਲੈਕਸ਼ਨ ਆਈ ਆ ਤੇ ਸਾਡਾ ਪਰਿਵਾਰਕ ਇੱਕ ਫੈਸਲਾ ਸੀ ਕਿਉਂਕਿ ਅਸੀਂ ਜੋ ਵੱਡੇ ਭਰਾ ਸਾਡੇ ਲਾਲੀ ਮਜੀਠੀਆ ਜੋ ਦਿਸ਼ਾ ਨਿਰਦੇਸ਼ ਸਾਨੂੰ ਕਰਦੇ ਅਸੀਂ ਉੱਤੇ ਪਹਿਰਾ ਦਿੰਦੇ ਸੀ ਸਾਰਾ ਪਰਿਵਾਰ। ਇਹਨਾਂ ਨੇ ਟਿਕਟ ਲਿਆਂਦੀ 2007 ਵਿੱਚ ਤੇ ਅਸੀਂ ਸਾਰਿਆਂ ਨੇ ਰਲ ਕੇ ਇਲੈਕਸ਼ਨ ਲੜੀ ਤੇ ਉਸ ਵੇਲੇ ਸਾਡਾ ਮੁਕਾਬਲਾ ਸੀ ਬਿਕਰਮ ਸਿੰਘ ਨਾਲ ਜੀ। ਚਲੋ ਲੋਕਾਂ ਦਾ ਜੋ ਫਤਵਾ ਦਿੱਤਾ ਸਾਡੇ ਸਿਰ ਮੱਥੇ ਅਸੀਂ ਉਹਨੂੰ ਮਨਜ਼ੂਰ ਕੀਤਾ। ਉਸ ਤੋਂ ਬਾਅਦ ਲਾਲੀ ਮਜੀਠੀਆ ਜੀ ਨੇ ਤਕਰੀਬਨ ਚੰਡੀਗੜ੍ਹ ਜਾਂ ਦਿੱਲੀ ਰਹਿਣਾ ਕਿਉਂਕਿ ਸਾਡੇ ਘਰ ਦਾ ਫੈਸਲਾ ਸੀ ਕਿ ਹਲਕੇ 'ਚ ਲਾਲੀ ਵੀਰ ਜੀ ਨੇ ਮੈਨੂੰ ਲਾਇਆ ਸੀਗਾ ਤੇ ਉਤਲੇ ਕੰਮ ਜਿਹੜੇ ਸਾਰੇ ਸੀਗੇ ਅੰਮ੍ਰਿਤਸਰ ਹੋ ਗਿਆ ਚੰਡੀਗੜ੍ਹ ਹੋ ਗਿਆ ਦਿੱਲੀ ਉਹ ਸਾਰੇ ਕੰਮ ਉਹਨਾਂ ਦੀ ਡਿਊਟੀ ਸੀਗੀ। ਉਸ ਤੋਂ ਬਾਅਦ 2012 ਵਿੱਚ ਸਾਨੂੰ ਜਦੋਂ ਟਿਕਟ ਨਹੀਂ ਮਿਲੀ ਤੇ ਅਸੀਂ ਸਾਰੇ ਹਲਕੇ ਦੇ ਜਿੰਨੇ ਵੀ ਸਾਡੇ ਵੋਟਰ ਸਪੋਰਟਰ ਉਹਨਾਂ ਦੀ ਸਹਿਮਤੀ ਨਾਲ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ ਲਾਲੀ ਮਜੀਠੀਆ ਜੀ ਨੇ।
ਉਸ ਵੇਲੇ ਮੇਰਾ ਖਿਆਲ ਹੈ ਕਿ ਵਿਕਰਮ ਨੇ ਸਾਡੇ ਤੇ ਇੱਕ ਨਜਾਇਜ਼ ਪਰਚਾ ਵੀ ਕਰਾਇਆ ਸੀ, ਤੁਹਾਨੂੰ ਯਾਦ ਹੋਣਾ, 307 ਦਾ ਮੇਰੇ ਤੇ ਮੇਰੇ ਬੇਟੇ ਤੇ ਸਾਡੇ 10-12 ਵਰਕਰਸ ਤੇ, ਕਿ ਇਹਨਾਂ ਨੂੰ ਖੰਡਾ ਦਈਏ। ਚਲੋ ਸਾਨੂੰ ਕੁਛ ਵਜ੍ਹਾ ਕਰਕੇ ਉਹ ਇਲੈਕਸ਼ਨ ਮੈਂ ਬਾਹਰ ਰਿਹਾ ਉਦੋਂ, ਤੇ ਲਾਲੀ ਮਜੀਠੀਆ ਨੂੰ 28,000 ਵੋਟ ਪਈ ਸੀ, ਤੇ ਜਿਹੜਾ ਕਾਂਗਰਸ ਦਾ ਅਫੀਸ਼ੀਅਲ ਕੈਂਡੀਡੇਟ ਸੀ ਉਹਨੂੰ 6600 ਵੋਟ ਪਈ ਸੀ। ਉਸ ਤੋਂ ਬਾਅਦ ਅਸੀਂ ਫਿਰ ਲਗਾਤਾਰ ਕੰਮ ਕਰਦੇ ਰਹੇ। 17 ਵਿੱਚ ਲਾਲੀ ਮਜੀਠੀਆ ਨੂੰ ਟਿਕਟ ਮਿਲੀ, ਤੇ ਲਾਲੀ ਮਜੀਠੀਆ ਨੂੰ ਉਦੋਂ 45,000 ਵੋਟ ਮਿਲੀ ਸੀ। ਠੀਕ ਆ, ਲੋਕਾਂ ਦਾ ਫਤਵਾ ਸੀ, ਫਿਰ ਉਹਨੂੰ ਸਿਰ ਮੱਥੇ। ਉਸ ਤੋਂ ਬਾਅਦ ਚਲੋ ਜੋ ਹਾਲਾਤ ਰਹੇ ਤੁਹਾਨੂੰ ਪਤਾ ਹੀ ਆ, ਕਿਉਂ ਕੁਝ ਕਾਰਨਾਂ ਕਰਕੇ, ਇੱਕ ਤੇ ਸਾਡੇ ਮੇਰੇ ਵੱਡੇ ਬ੍ਰਦਰ ਲਾਲੀ ਮਜੀਠੀਆ ਦੀ ਸਿਹਤ ਕੋਈ ਖਰਾਬ ਹੋ ਗਈ, ਇੱਕ ਕੁਝ ਉਸ ਵੇਲੇ ਕੁਝ ਪਾਰਟੀ ਦੀਆਂ ਇਹੋ ਜਿਹੀਆਂ ਗੱਲਾਂ ਦੀ ਜਿਹੜੇ ਅਸੀਂ ਨਹੀਂ ਪਲੇਟਫਾਰਮ 'ਤੇ ਕਰ ਸਕਦੇ, ਕਿਉਂਕਿ ਮਜਬੂਰੀਆਂ ਹੁੰਦੀਆਂ, ਜਿਹਦੇ ਕਰਕੇ ਸਾਨੂੰ ਨਹੀਂ ਮਤਲਬ ਵੀ ਇੱਥੇ ਅਸੀਂ ਵਿਚਰਦੇ ਰਹੇ। ਪਰ 4.5 ਸਾਲ ਮੈਂ ਤਕਰੀਬਨ, ਮੈਂ ਮੇਰਾ ਬੇਟਾ, ਅਸੀਂ ਸਾਡਾ ਪਰਿਵਾਰ ਸਾਰਾ, ਮੇਰੇ ਕਜ਼ਨ, ਅਸੀਂ ਸਾਰੇ ਸ਼ਿੰਦੋ ਨਹੀਂ ਸਾਰੇ ਅਸੀਂ ਇੱਥੇ ਮਤਲਬ ਵੀ ਹਲਕੇ ਵਿੱਚ ਰਹੇ, ਹਰ ਇੱਕ ਦੇ ਦੁੱਖ ਸੁੱਖ 'ਚ ਭਾਈਵਾਲ ਹੋਏ। ਹੁਣ ਜਦੋਂ CM ਸਾਹਿਬ ਨੇ ਲਾਲੀ ਮਜੀਠੀਆ ਨੂੰ ਪਨਗਰੇਨ ਦਾ ਚੇਅਰਮੈਨ ਨਿਯੁਕਤ ਕੀਤਾ, ਤੇ ਨਾਲ ਉਹਨਾਂ ਨੇ ਕੈਬਨਿਟ ਰੈਂਕ ਦਿੱਤਾ, ਉਸ ਦਿਨ ਮੈਂ ਵੀ ਨਾਲ ਸੀ, ਗੁਰਜੀਤ ਔਜਲਾ ਨਾਲ ਸੀਗੇ, ਡਿੰਪਾ ਜੀ ਨਾਲ ਸੀਗੇ, ਰਾਣਾ ਸੋਢੀ ਜੀ ਨਾਲ, ਸੋਨੀ ਮੰਤਰੀ, ਸਾਰੇ ਉੱਥੇ ਅਸੀਂ, ਤੁਸੀਂ ਵੇਖ ਸਕਦੇ ਫਤਿਹ ਸਿੰਘ ਬਾਜਵਾ ਉੱਥੇ ਸਾਡੀ ਮਹਾਰਾਜ ਸਾਹਿਬ ਕੋਲ ਜਿੱਦਣ ਉਹਨਾਂ ਲੈਟਰ ਦਿੱਤੀ ਆ, ਉਸ ਵੇਲੇ ਗੁਰਜੀਤ ਔਜਲੇ ਨੇ ਕਿਹਾ ਵੀ ਇਹ ਫੈਸਲਾ ਹੋਇਆ ਜੀ ਕਿ ਲਾਲੀ ਮਜੀਠੀਆ ਜੀ ਨੂੰ ਤੁਸੀਂ ਚੇਅਰਮੈਨ ਨਵਾਜ਼ ਦਿੱਤਾ ਵਾ, ਤੇ ਉਹਨਾਂ ਨੇ ਜੱਗੇ ਮਜੀਠੀਆ ਨੂੰ ਗਾਂ ਅਗਲੀ ਇਲੈਕਸ਼ਨ ਲੜਾਉਣੀ ਆ। ਤੇ ਉੱਥੇ ਲਾਲੀ ਮਜੀਠੀਆ ਜੀ ਨੇ ਵੀ CM ਸਾਹਿਬ ਨੂੰ ਕਿਹਾ, CM ਸਾਹਿਬ ਨੇ ਕਿਹਾ ਠੀਕ ਓਕੇ, ਤੁਸੀਂ ਤਕੜੇ ਹੋ ਕੇ ਇਲੈਕਸ਼ਨ ਲੜੋ। ਸੋ ਜਿਹੜਾ ਇਹ ਅੱਜ ਵੀ ਜਿਹੜਾ ਮੇਰੇ ਸਿਰ 'ਤੇ ਹੱਥ ਹੈ ਉਹ ਲਾਲੀ ਮਜੀਠੀਆ ਜੀ ਦਾ ਹੀ ਹੈ। ਗੁਰਜੀਤ ਔਜਲਾ ਸਾਡੇ MP ਨੇ, ਸਾਡੇ ਸਾਰੀ ਪਾਰਟੀ ਦਾ ਜਿਹੜੇ ਮੰਤਰੀ ਨੇ, ਹੋਰ ਡਿੰਪਾ, ਸਾਰਿਆਂ ਦਾ ਸਾਡੇ ਸਿਰ 'ਤੇ ਹੱਥ ਆ। ਸਾਡਾ ਪਰਿਵਾਰ ਇੱਕ ਆ, ਅਸੀਂ ਇਲੈਕਸ਼ਨ ਲੜਨੀ ਆ, ਠੀਕ ਹੈ, ਪਾਰਟੀ ਦੇ ਸੰਯੋਗ ਨਾਲ ਲੜਨੀ, ਪਾਰਟੀ ਕੈਪਟਨ ਸਾਹਿਬ ਦੇ ਹੁਕਮ ਨਾਲ ਹੀ ਇਲੈਕਸ਼ਨ ਲੜਨੀ ਹੈ। ਕਿ ਜੱਗਾ ਮਜੀਠੀਆ ਜੀ ਇਹ ਕਲੀਅਰ ਹੈ ਕਿ 22 ਦੀਆਂ ਚੋਣਾਂ ਵਿੱਚ ਜੱਗਾ ਮਜੀਠੀਆ ਹੀ ਮਜੀਠੇ ਤੋਂ ਜਿਹੜੀ ਆ ਬਿਕਰਮਜੀਤ ਮਜੀਠੀਆ ਦੇ ਖਿਲਾਫ ਇਲੈਕਸ਼ਨ ਲੜਨਗੇ। ਬਿਲਕੁਲ ਜੀ, ਜੇ ਪਾਰਟੀ ਮਤਲਬ ਆਪਾਂ ਨੂੰ ਇਹ ਮੌਕਾ ਦਊਗੇ ਤਾਂ ਜ਼ਰੂਰ ਲੜਾਂਗੇ, ਕਿਉਂਕਿ ਅੱਗੇ ਵੀ ਲੜਦੇ ਰਹੇ ਬਿਕਰਮ ਦੇ ਉਲਟ, ਹੁਣ ਗਾਂ ਵੀ ਲੜਾਂਗੇ ਬਿਕਰਮ ਸਿੰਘ ਦੇ ਉਲਟ। ਜੱਗਾ ਮਜੀਠੀਆ ਜੀ, ਹੋਰ ਵੀ ਬਹੁਤ ਸਾਰੇ ਕੈਂਡੀਡੇਟ ਜਿਹੜੇ, ਹੋਰ ਵੀ ਲੋਕ ਜਿਹੜੇ ਆ ਉਹ ਚਾਹ ਰਹੇ ਕਿ ਸਾਨੂੰ ਮਜੀਠੇ ਹਲਕੇ ਤੋਂ ਜਿਹੜੀ ਕਾਂਗਰਸ ਦੀ ਸੀਟ ਮਿਲ ਜੇ। ਕਿਵੇਂ ਵੇਖਦੇ ਹੋ ਤੁਸੀਂ ਕਿ ਤੁਸੀਂ ਵੀ ਜਿਵੇਂ ਦੱਸਿਆ ਕਿ ਪਿਛਲੇ 30 ਸਾਲ ਤੋਂ ਜਿਹੜੀ ਆ ਕਾਂਗਰਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ? ਵੇਖੋ ਜੀ, ਹਰ ਇੱਕ ਦਾ ਫੰਡਾਮੈਂਟਲ ਰਾਈਟ ਆ, ਕੋਈ ਵੀ ਅਪਲਾਈ ਕਰ ਸਕਦਾ। ਅਸੀਂ ਥੋੜ੍ਹਾ ਕਿਸੇ ਨੂੰ ਕਹਿ ਸਕਦੇ ਹਾਂ ਵੀ ਤੂੰ ਅਪਲਾਈ ਨਹੀਂ ਕਰਨਾ। ਅਪਲਾਈ ਅੱਗੇ ਵੀ ਬੜੇ ਕਰਦੇ, ਹਰ ਹਲਕੇ ਤੋਂ 2-2 4-4 5-5 ਵੀ ਕਰਦੇ ਨੇ, 6-6 ਵੀ ਕਰਦੇ ਨੇ। ਪਰ ਜਿਹੜਾ ਹਾਈ ਕਮਾਂਡ ਆ, ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਜੀ, ਪ੍ਰਿਅੰਕਾ ਗਾਂਧੀ ਜੀ, ਸਾਡੇ ਇੱਥੋਂ ਦੇ ਪੰਜਾਬ ਦੇ ਕੈਪਟਨ ਸਾਹਿਬ ਜਾਂ ਜਿਹੜੇ ਵੀ ਪ੍ਰਧਾਨ ਨੇ, ਜੋ ਉਹਨਾਂ ਨੇ ਜਿੱਤੇ ਭਰੋਸਾ ਪ੍ਰਗਟਾਉਣਾ ਵਾ, ਉਹ ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਉਹ ਮੇਰੇ 'ਤੇ ਭਰੋਸਾ ਪ੍ਰਗਟਾਉਣਗੇ। ਕਿਉਂਕਿ ਜਦੋਂ ਪਿੰਡਾਂ 'ਚ ਜਿੱਦਣ ਲਾਲੀ ਮਜੀਠੀਆ ਜੀ ਉੱਥੋਂ ਚੇਅਰਮੈਨ ਦੀ ਚਿੱਠੀ ਲੈ ਕੇ ਆਏ ਆ, ਅਸੀਂ ਤਰਸਿੱਕੇ ਬਲਾਕ 'ਚ ਦੇ 25 ਪਿੰਡਾਂ ਦੇ ਮੋਹਤਵਰ ਇਕੱਠੇ ਕੀਤੇ, ਸਰਪੰਚ ਪੰਚ ਸਾਹਿਬਾਨ, ਉੱਥੇ ਵੀ ਲਾਲੀ ਮਜੀਠੀਆ ਜੀ ਨੇ ਕਿਹਾ ਵੀ ਇਸ ਵਾਰ ਮੈਂ ਜਿਹੜੀ ਇਲੈਕਸ਼ਨ ਹੈ ਜੱਗ ਆਪਣੇ ਛੋਟੇ ਵੀਰ ਨੂੰ ਲੜਾਉਣੀ ਹੈ। ਜੱਗਾ ਮਜੀਠੀਆ ਜੀ, ਗੱਲ ਕਰੀਏ ਕਿ ਜਿਵੇਂ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਵਾਰ ਜੱਗਾ ਮਜੀਠੀਆ ਨੂੰ ਹੀ ਹਲਕਾ ਇੰਚਾਰਜ ਲਗਾਇਆ ਜਾਵੇ, ਤੇ ਜੱਗਾ ਮਜੀਠੀਆ ਨੂੰ ਲੋਕ ਚਾਹੁੰਦੇ ਨੇ। ਤਾਂ ਪਿਛਲੇ 30 ਸਾਲ ਦੇ ਵਿੱਚ, ਜਾਂ ਜਿਵੇਂ 2007 ਦੀ ਗੱਲ ਕੀਤੀ ਆ ਤੁਸੀਂ, ਤਾਂ ਉਦੋਂ ਤੋਂ ਜੱਗਾ ਮਜੀਠੀਆ ਨੂੰ ਕਿਉਂ ਨਹੀਂ ਉਤਾਰਿਆ ਗਿਆ? ਹੋ ਸਕਦਾ ਕਿ ਤੁਸੀਂ ਉਸ ਵੇਲੇ MLA ਬਣ ਜਾਂਦੇ। ਨਹੀਂ, ਗੱਲ ਇਹ ਹੈ ਜੀ, ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਾ, ਇਹ ਸਾਡਾ ਪਰਿਵਾਰਕ ਫੈਸਲਾ। ਕਿਉਂਕਿ ਕਈ ਵਾਰ ਪਰਿਵਾਰ ਵਿੱਚ ਜਿਹੜੀ ਗੱਲ ਆਪਾਂ ਪਰਿਵਾਰ 'ਚ, ਸਾਡਾ ਵੱਡੇ ਭਰਾ ਨੇ ਐਜ ਏ ਫਾਦਰ, ਅਸੀਂ ਉਹਨਾਂ ਨੂੰ ਮੰਨਦੇ ਹਾਂ, ਕਿਉਂਕਿ ਸਾਡੇ ਫਾਦਰ ਮਤਲਬ 2013 'ਚ ਐਕਸਪਾਇਰ ਹੋ ਗਏ ਸੀਗੇ, ਤੇ ਅਸੀਂ ਉਹਨਾਂ ਨੂੰ ਪੱਗ ਫਾਦਰ ਦੀ ਬੱਧੀ ਆ, ਅਸੀਂ ਐਜ ਏ ਫਾਦਰ ਮੰਨਦੇ ਹਾਂ। ਉਹਨਾਂ 'ਤੇ ਅਸੀਂ ਭਰੋਸਾ, ਵੇਖੋ ਜੋ ਉਹ ਇਲੈਕਸ਼ਨ ਟਿਕਟ ਲੈ ਕੇ ਆਏ ਸੀ, ਤੇ ਅਸੀਂ ਉਹ ਇਲੈਕਸ਼ਨ ਇਸ ਤਰ੍ਹਾਂ ਲੜੀ ਸੀ ਕਿ ਜਿਵੇਂ ਵੀ ਜੱਗਾ ਮਜੀਠਾ ਹੀ ਲੜ ਰਿਹਾ, ਠੀਕ ਹੈ। ਬਾਕੀ ਵੇਖੋ, ਇਹ ਪਰਿਵਾਰ ਦੇ ਸਮਝੌਤਿਆਂ ਦੇ, ਅੱਜ ਵੀ ਪਰਿਵਾਰ ਦਾ ਸਮਝੌਤਾ ਹੋਇਆ, ਬਿਲਕੁਲ ਠੀਕ ਹੈ ਨਾ। ਤੇ ਬਾਕੀ ਪਬਲਿਕ ਨੇ ਜੋ ਸਾਥ ਦਿੱਤਾ, ਪਹਿਲਾਂ ਵੀ ਦਿੰਦੇ ਸੀ, ਆਖਿਰਕਾਰ ਸਾਨੂੰ 45,000 ਵੋਟ ਪਈ। 45,000 ਵੋਟ ਬਹੁਤ ਹੁੰਦੀ ਹੈ, ਸਾਨੂੰ 45,000 ਵੋਟ ਪਈ। ਤੇ ਬਾਕੀ ਕਾਰਨ ਜੋ ਬਣਿਆ, ਤੁਹਾਨੂੰ ਪਤਾ ਇਲੈਕਸ਼ਨ ਤੇ ਅਸੀਂ ਮਤਲਬ 17 ਦੀ ਤਕਰੀਬਨ ਜਿੱਤੀ ਸੀ, ਜਨਤਾ ਨੇ ਤੇ ਜਿਤਾ ਦਿੱਤੀ ਸੀ। ਪਰ ਇੱਕ ਗਲਤ ਦੁਰਵਰਤੋਂ ਪੈਸੇ ਦੀ ਕਰਕੇ, ਕਿਹਨੂੰ ਨਹੀਂ ਪਤਾ ਵੀ ਕਿੰਨਾ ਪੈਸਾ ਇੱਥੇ ਵਰਤਿਆ, ਕਿਸ ਤਰ੍ਹਾਂ ਚੈੱਕ ਆਏ ਸ਼ਹਿਰੋਂ,
ਕਈਆਂ ਫਰਮਾਂ ਨੇ ਚੈੱਕ ਭੇਜੇ ਸੀ, ਹਰ ਪਿੰਡ 'ਚ 2-2 3-3 ਲੱਖ ਦੇ ਗੁਰਦੁਆਰਿਆਂ ਨੂੰ ਚੈੱਕ ਗਏ ਸੀ, ਸਾਡੇ ਕੋਲ ਪ੍ਰੂਫ ਨੇ। ਪਰ ਉਹ ਚੈੱਕ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ, ਕਿਉਂਕਿ ਗੁਰਦੁਆਰੇ ਮੰਦਿਰ 'ਚ ਕੋਈ ਵੀ ਆਪਣੀ ਸ਼ਰਧਾ ਨਾਲ ਚੈੱਕ ਦੇ ਸਕਦਾ। ਤੇ ਕਿਸ ਤਰ੍ਹਾਂ ਨਾਲ ਇੱਥੇ ਕਿਸੇ ਨੂੰ ਕੁਝ ਦਿੱਤਾ ਗਿਆ, ਕਿਸੇ ਨੂੰ ਲਾਲਚ ਦਿੱਤੇ ਗਏ। ਪਰ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਜਨਤਾ ਨੂੰ ਪਤਾ ਲੱਗ ਗਿਆ ਵਾ ਕਿ ਹੁਣ ਆਪਾਂ ਨੂੰ ਉਹ ਬੰਦਾ ਚੁਣਨਾ ਚਾਹੀਦਾ ਜਿਹੜਾ ਸਾਡੇ ਹਲਕੇ ਦੀ ਸੇਵਾ ਕਰ ਸਕੇ, ਜਿਹੜਾ ਬੰਦਾ ਸਾਡੇ ਹਲਕੇ ਦੀ ਪਛਾਣ ਕਰ ਸਕਦਾ ਹੋਵੇ। ਤੇ ਮੈਨੂੰ ਵਿਸ਼ਵਾਸ ਆ ਕਿ ਜਿਹੜੀ 2022 ਦੀ ਇਲੈਕਸ਼ਨ ਆਊਗੀ ਉਹਦੇ ਵਿੱਚ ਸਾਡਾ ਪਰਿਵਾਰ ਇਕੱਠਾ ਹੋ ਕੇ ਅਸੀਂ ਬਿਕਰਮ ਸਿੰਘ ਦਾ ਮੁਕਾਬਲਾ ਕਰਾਂਗੇ ਤੇ ਹੋਰ ਆਪਾਂ ਜਿੱਤ ਵੱਲ ਜਾਵਾਂਗੇ। ਜੀ ਜੱਗਾ ਮਜੀਠੀਆ ਜੀ, ਲੱਗਦਾ ਨਹੀਂ ਹੈ ਕਿ ਤੁਸੀਂ ਪਹਿਲੀ ਵਾਰ ਇਸ ਵਾਰੀ ਵਿਧਾਨ ਸਭਾ ਦੀ ਚੋਣ ਲੜ ਰਹੇ ਹੋ ਤਾਂ ਉਸ ਬੰਦੇ ਦੇ ਸਾਹਮਣੇ ਲੜ ਰਹੇ ਹੋ ਜਿਹੜਾ ਪੰਜਾਬ ਦਾ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕਿਆ ਔਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਕਲੋਜ਼ ਹੈ, ਰਿਸ਼ਤੇਦਾਰੀ ਆ, ਇੱਕ ਹੀ ਪਰਿਵਾਰ ਮੰਨਿਆ ਜਾਂਦਾ ਹੈ। ਲੱਗਦਾ ਨਹੀਂ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆ ਸਕਦੀਆਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਫੀ ਜਿਹੜਾ ਹਲਕੇ ਦੇ ਵਿੱਚ ਪੈਸਾ ਆਇਆ ਸੀਗਾ, ਕਿਉਂਕਿ ਪਾਰਟੀ ਦਾ ਅੱਜ ਵੀ ਸਟਰੋਂਗ ਹੈ ਉਹ ਬਹੁਤ ਜ਼ਿਆਦਾ, ਬੜਾ ਔਖਾ ਨਹੀਂ ਲੱਗ ਰਿਹਾ ਕਿ ਉਹਦੇ ਸਾਹਮਣੇ ਇਲੈਕਸ਼ਨ ਲੜਨਾ? ਨਹੀਂ, ਗੱਲ ਇਸ ਤਰ੍ਹਾਂ ਜੀ, ਜੋ ਉਹਨਾਂ ਨੇ ਜਿਹੜੀ ਜਿਵੇਂ ਆਪਣੀ ਬੇਅਦਬੀ ਕਰਾਈ, ਨਸ਼ੇ ਦੇ ਇੱਥੇ ਕੰਮ ਉਹਨਾਂ ਨੇ ਕਰਾਏ, ਇਹ ਲੋਕ ਭਲੀ ਭਾਂਤ ਜਾਣਦੇ ਨੇ। ਬਾਕੀ ਜਦੋਂ ਆਪਾਂ ਮੈਦਾਨ ਵਿੱਚ ਕਿਹਨਾਂ ਨੇ ਕਰਾਏ ਜੀ? ਇਹ ਬਿਕਰਮ ਸਿੰਘ ਹੋਣਾ ਕਰਾਏ, ਬਾਦਲਾਂ ਨੇ ਕਰਾਏ, ਕਿਹਨੂੰ ਨਹੀਂ ਪਤਾ, ਬੱਚੇ ਨੂੰ ਪਤਾ ਵਾ। ਤੇ ਇਹ ਜਦੋਂ ਇਹਨਾਂ ਨੇ ਕਰਾਏ ਆ, ਲੋਕਾਂ ਨੂੰ ਜਾਗਰੂਕ ਨੇ ਲੋਕ ਵੀ ਸਾਡੇ ਪਰਿਵਾਰ ਤੇ ਅਸੀਂ ਆ 4 ਸਾਲ ਸਾਡੀ ਸਰਕਾਰ ਰਹੀ ਹੈ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਕਿਸੇ ਨਸ਼ੇ ਵਾਲੇ ਦੀ ਥਾਣੇ ਵੀ ਸਿਫਾਰਿਸ਼ ਕੀਤੀ ਹੋਵੇ। ਅਸੀਂ ਹਰ ਇੱਕ ਨੂੰ ਸੱਜਣ ਮਿੱਤਰ ਆਪਣੇ ਵਰਕਰਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੀ ਹਰ ਕੇਸ 'ਚ ਮਦਦ ਕਰ ਸਕਦੇ, ਪਰ ਸਮੈਕ ਵਿੱਚ ਅਸੀਂ ਤੁਹਾਡੀ ਨਹੀਂ ਮਦਦ ਕਰਤੇ, ਨਹੀਂ ਕੀਤੀ। ਇੱਕ ਆਪਣਾ ਪ੍ਰਣ ਕੀਤਾ ਸੀਗਾ। ਸੋ ਇਹ ਆ ਵੀ ਮੁਕਾਬਲੇ ਵਿੱਚ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿੱਥੇ ਕੀ ਹੋ ਜਾਣਾ ਵਾ। ਇਹ ਮਤਲਬ ਜਦੋਂ ਆਪਾਂ ਘੋਲਣ ਡੇ ਉਹਦੇ ਵਿੱਚ ਕਈ ਵਾਰ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਵੱਡਾ ਭਲਵਾਨ ਹੈ, ਪਰ ਵੱਡੇ ਨੂੰ ਛੋਟੇ ਭਲਵਾਨ ਕਈ ਵਾਰ ਟਾਲ ਦਿੰਦੇ ਹੁੰਦੇ ਆ। ਇਹ ਜਨਤਾ ਜਨਾਰਦਨ ਆ, ਇਹ ਜਨਤਾ ਦਾ ਫੈਸਲਾ ਵਾ, ਜਨਤਾ ਨੇ ਫੈਸਲਾ ਕਰਨਾ। ਇੱਥੇ ਤੁਸੀਂ ਪੁਰਾਣੀ ਹਿਸਟਰੀ ਕੱਢ ਲਓ, ਇੱਥੇ ਬੜੇ ਜਿਹੜੇ ਦਿੱਗਜ ਆ ਉਹ ਵੀ ਇੱਥੇ ਲੋਕਾਂ ਨੇ ਲਹਿਰਾ ਕੇ ਭੇਜੇ ਆ। ਜੱਗਾ ਮਜੀਠੀਆ, ਤੁਹਾਡਾ ਕਹਿਣਾ ਹੈ ਕਿ ਜਿਹਦੇ ਨਾਲ ਤੁਸੀਂ ਵਿਰੋਧੀ ਧਿਰ ਦੀ ਗੱਲ ਕਰ ਰਹੇ ਹੋ, ਮੁਕਾਬਲਾ ਤੁਹਾਡਾ ਨਾਲ ਬਿਕਰਮਜੀਤ ਮਜੀਠੀਆ, ਅਗਰ ਆਮ ਆਦਮੀ ਪਾਰਟੀ ਵੀ ਇਸ ਟਾਈਮ ਪੰਜਾਬ ਦੇ ਵਿੱਚ ਇੱਕ ਤੀਜਾ ਧੜਾ ਪੂਰਾ ਜ਼ੋਰਾਂ ਸ਼ੋਰਾਂ ਨਾਲ ਬਣਿਆ ਹੋਇਆ, ਆਮ ਆਦਮੀ ਪਾਰਟੀ ਵੀ ਇਸ ਹਲਕੇ ਦੇ ਵਿੱਚ ਕੋਈ ਬਾਹਰੋਂ ਉਮੀਦਵਾਰ ਵੱਡਾ ਲਿਆ ਕੇ ਖਿਲਾਰ ਦਿੰਦੀ ਆ, ਤਾਂ ਲੱਗਦਾ ਨਹੀਂ ਆ ਦੋਵਾਂ ਧਿਰਾਂ ਵਾਸਤੇ ਇੱਕ ਬਹੁਤ ਗਲੇ ਦੀ ਹੱਡੀ ਬਣ ਜੂਗੀ? ਵੇਖੋ ਜੀ, ਇਲੈਕਸ਼ਨ ਜਿਹੜੀ ਹੁੰਦੀ ਹੈ, ਤੁਹਾਨੂੰ ਦੱਸਿਆ ਜੀ ਵੀ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੇ ਸ਼ੇਰਗਿੱਲ ਖਿਲਾਰਿਆ ਸੀ, ਉਹ ਕੋਈ ਛੋਟਾ ਨਹੀਂ ਸੀ ਕੈਂਡੀਡੇਟ। ਠੀਕ ਹੈ, ਬਾਕੀ ਜੋ ਫੈਸਲਾ ਕਰਨਾ ਉਹ ਜਨਤਾ ਨੇ ਕਰਨਾ, ਇਹ ਜਨਤਾ ਦਾ ਫੈਸਲਾ ਵਾ। ਇਹ ਕਿਸੇ ਨੇ, ਮੈਂ ਤਾਂ ਚਾਹੁੰਦਾ ਹਰ ਇੱਕ ਸੋਚਦਾ ਵੀ ਮੈਂ ਮੁੱਖ ਮੰਤਰੀ ਬਣਾ, ਮੈਂ MLA ਬਣਾ, ਮੈਂ ਸਰਪੰਚ ਬਣਾ, ਪਰ ਬਣਾਉਣਾ ਜਨਤਾ ਨੇ। ਸੋ ਅਸੀਂ ਜਨਤਾ ਦੇ, ਮੇਰਾ ਖਿਆਲ ਹੈ ਕਿ ਮੈਂ 92 ਤੋਂ ਲੈ ਕੇ ਹੁਣ ਤੱਕ ਜਨਤਾ ਦੀ ਸੇਵਾ ਕੀਤੀ ਆ, ਸਾਡੇ ਪਰਿਵਾਰ ਨੇ ਸੇਵਾ ਕੀਤੀ ਆ, ਤੇ ਉਹ ਸੇਵਾ ਦਾ ਮੁੱਲ ਪਾਊ ਕਿਸੇ ਵੇਲੇ। ਠੀਕ ਹੈ, ਆਸ ਨਾ ਜੀਦਾ ਅਸੀਂ ਆਸ ਰੱਖਦੇ ਹਾਂ, ਕਿਉਂਕਿ ਤੁਸੀਂ ਇਹ ਜਾਣਦੇ ਜੇ ਕਿ ਪੰਜਾਬ ਲੈਵਲ 'ਤੇ ਜਾਂ ਹਿੰਦੁਸਤਾਨ ਲੈਵਲ 'ਤੇ ਲਾਲੀ ਮਜੀਠੀਆ ਨੇ ਪੂਰਾ ਨਾਂ ਬਣਾਇਆ ਵਾ, ਸਾਡੇ ਪਰਿਵਾਰ ਦਾ ਨਾਂ ਆ, ਤੇ ਹਲਕੇ ਵਿੱਚ ਵੀ ਨਾਂ ਆ, ਸਾਰੇ ਥਾਈਂ ਅਸੀਂ ਹਰ ਇੱਕ ਦੇ ਦੁੱਖ ਸੁੱਖ 'ਚ ਖਲੋਨੇ। ਬਿਲਕੁਲ ਜੀ, ਜੱਗਾ ਜੀ ਮੰਨਦੇ ਅਸੀਂ ਕਿ ਲਾਲੀ ਮਜੀਠੀਆ ਦਾ ਪੂਰਾ ਪੰਜਾਬ ਦੇ ਵਿੱਚ ਨਾਂ ਆ, ਪਰ 4.5 ਬੀਤ ਗਿਆ, ਹੁਣ ਕਿਉਂ ਚੇਅਰਮੈਨ ਨਹੀਂ ਦਿੱਤੀ? ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਲੱਗਦਾ ਹੈ ਵੀ ਚੋਣਾਂ ਨਜ਼ਦੀਕ ਆ ਰਹੀਆਂ ਤੇ ਕੁਝ ਵੀ ਹੋ ਸਕਦਾ, ਇਸ ਕਰਕੇ ਕੈਪਟਨ ਸਾਹਿਬ ਨੇ ਲੱਗਦਾ ਚੇਅਰਮੈਨ ਨਹੀਂ ਦਿੱਤੀ? ਨਹੀਂ, ਇਸ ਤਰ੍ਹਾਂ ਜੀ, ਇਹ ਜਿਹੜੀ ਚੇਅਰਮੈਨੀ ਆ, ਇਹ ਰਤੜਾ ਜੀ ਚੇਅਰਮੈਨ ਸੀਗੇ, ਉਹਨਾਂ ਦੀ ਡੈਥ ਹੋਈ ਆ। ਵੇਖੋ, ਕਿਸੇ ਵੇਲੇ ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਵਾ ਕਿ ਲਾਲੀ ਮਜੀਠੀਆ ਨੂੰ ਪਲੈਨਿੰਗ ਬੋਰਡ ਦੀ ਚੇਅਰਮੈਨ ਨਹੀਂ ਦਿੱਤੀ ਸੀ ਤਕਰੀਬਨ ਪਿਛਲੇ ਸਾਲ। ਠੀਕ ਹੈ ਨਾ ਜੀ, ਇਹਦੇ ਵਿੱਚ ਆਪਾਂ ਮਤਲਬ ਐਵੇਂ ਕਹੀ ਜਾਈਏ ਵੀ ਉਹ ਫਲਾਣੇ ਨਾਲ ਰਲ ਕੇ, ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਇਹ ਜਦੋਂ ਵੀ ਕੋਈ ਚੀਜ਼ ਤੁਹਾਡੀ ਕਿਸਮਤ ਹੁੰਦੀ ਉਦੋਂ ਹੀ ਮਿਲਦੀ ਆ, ਤੇ ਦੇਰ ਹੈ ਦਰੁਸਤ ਹੈ, ਕੋਈ ਗੱਲ ਨਹੀਂ ਜੀ। ਬਹੁਤ ਵਧੀਆ, ਅਸੀਂ ਮਤਲਬ ਕੈਪਟਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਲਾਲੀ ਮਜੀਠੀਆ ਨੂੰ ਐਡਾ ਅਹੁਦਾ ਜਿਹੜਾ ਦਿੱਤਾ ਵਾ, ਪਨਗ੍ਰੇਨ ਦੀ ਚੇਅਰਮੈਨ ਨਹੀਂ ਦਿੱਤੀ, ਨਾਲ ਮਤਲਬ ਕੈਬਨਿਟ ਦਾ ਰੈਂਕ ਦਿੱਤਾ ਵਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ, ਆਪਣੇ ਮੈਂਬਰ ਆਫ ਪਾਰਲੀਮੈਂਟ ਦਾ ਧੰਨਵਾਦ ਕਰਦੇ ਹਾਂ, ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨਾਲ ਸੰਯੋਗ ਕਰਕੇ ਤੇ ਇਹ ਅਹੁਦਾ ਜਿਹੜਾ ਦਵਾਇਆ, ਤੇ ਇਸ ਅਹੁਦੇ ਦੀ ਅਸੀਂ ਮਰਿਆਦਾ ਪੂਰੀ ਰੱਖਾਂਗੇ, ਪੂਰਾ ਕੰਮ ਕਰਨਗੇ ਲਾਲੀ ਮਜੀਠੀਆ ਜੀ। ਮੈਨੂੰ ਪਤਾ ਕਿ ਉਹ, ਕਿਉਂਕਿ ਲਾਲੀ ਮਜੀਠੀਆ ਜੀ ਐਜ AMD ਸ਼ੂਗਰਫੈਡ ਵੀ ਕੰਮ ਕਰਦੇ ਰਹੇ ਆ, ਜਿਹੜੀ IAS ਦੀ ਪੋਸਟ ਸੀਗੀ, ਉਹ ਪੜ੍ਹੇ ਲਿਖੇ ਨੇ। ਉਹ ਉਹਨਾਂ ਕੈਪਟਨ ਸਾਹਿਬ ਨੇ ਜਿਹੜਾ ਅਹੁਦਾ ਦਿੱਤਾ ਬੜਾ ਸੋਚ ਸਮਝ ਕੇ ਦਿੱਤਾ ਵਾ, ਤੇ ਉਹ ਇਸ ਅਹੁਦੇ ਨੂੰ ਪੂਰਾ ਸੰਭਾਲਣਗੇ ਤੇ ਕੈਪਟਨ ਸਾਹਿਬ ਦਾ ਪੂਰਾ ਨਾਮ ਬਣਾਉਣਗੇ। ਜੱਗਾ ਮਜੀਠੀਆ ਜੀ, ਇੱਕ ਇਹ ਵੀ ਗੱਲ ਜਿਹੜੀ ਲੋਕਾਂ ਕੋਲ ਸੁਣੀ ਜਾ ਰਹੀ ਹੈ ਕਿ ਜਿਹੜੇ ਕੈਪਟਨ ਦੇ ਸਾਹਿਬ ਦੇ ਕਲੋਜ਼ ਸਨ, ਜਿਹੜੇ ਮੰਤਰੀ ਕੈਪਟਨ ਸਾਹਿਬ ਦੇ ਕਲੋਜ਼ ਸਨ, ਅੱਜ ਉਹ ਪਿੱਛੇ ਜਾ ਰਹੇ ਨੇ, ਜਿਹੜੇ ਲੋਕ ਪਿੱਛੇ ਸੀ ਉਹ ਅੱਗੇ ਆ ਰਹੇ ਨੇ। ਜਿਵੇਂ ਲਾਲੀ ਮਜੀਠੀਆ ਦੀ ਗੱਲ ਕੀਤੀ ਹੋਈ ਆ ਵੀ ਕਲੋਜ਼ ਹੋ ਗਏ ਨੇ ਕਾਫੀ ਜ਼ਿਆਦਾ।
ਗੱਲ ਹੈ ਟਕਸਾਲੀ ਕਾਂਗਰਸੀ ਅਸੀਂ ਅੱਜ ਦੇ ਨਹੀਂ ਮਹਾਰਾਜ ਸਾਹਿਬ ਨਾਲ ਟਕਸਾਲੀ ਕਾਂਗਰਸੀਆਂ ਅਸੀਂ ਤਕਰੀਬਨ ਜਦੋਂ ਮਹਾਰਾਜ ਸਾਹਿਬ 2000 ਸਨ ਦੇ ਲਾਗੇ ਜਾ ਕੇ ਜਦੋਂ ਪ੍ਰੈਜ਼ੀਡੈਂਟ ਬਣੇ ਸੀ ਉਦੋਂ ਦੇ ਉਹਨਾਂ ਦੇ ਨਾਲ ਆ 2000 ਸਨ 'ਚ ਜਿੱਥੇ ਵੀ ਕੈਪਟਨ ਸਾਹਿਬ ਨਾਲ ਅਸੀਂ ਖਲੋਂਦੇ ਰਹੇ ਹਾਂ ਜੀ ਠੀਕ ਹੈ ਜੀ ਬਾਕੀ ਜਿਹੜੀ ਕਲੋਜ਼ਨੈਸ ਵਾਲੀ ਗੱਲ ਹੁੰਦੀ ਹੈ ਤੁਹਾਨੂੰ ਪਤਾ ਸਿਆਸਤ ਵਿੱਚ ਕਿ ਇਹ ਤਰਾਜ ਚੜਾ ਚੱਲਦੇ ਰਹਿੰਦੇ ਹੁੰਦੇ ਆ ਕੌਣ ਕਿਹਦੇ ਨੇੜੇ ਆ ਸਿਆਸਤ ਵਿੱਚ ਕੋਈ ਪਤਾ ਨਹੀਂ ਹੁੰਦਾ ਕਿਹੜਾ ਕਿਹਦੇ ਨੇੜੇ ਆ ਇਹ ਇੱਕ ਪੈਂਤੜੇਬਾਜ਼ੀਆਂ ਹੁੰਦੀਆਂ ਵਾ ਕੁਝ ਕਾਰਨ ਹੁੰਦੇ ਆ ਬਾਕੀ ਵੇਖੋ ਜੀ ਮੈਂ ਤਾਂ ਇਹ ਸੋਚਦਾ ਵੀ ਜਿਹੜਾ ਬੰਦਾ ਕਿਸੇ ਨੂੰ ਕੁਝ ਬਹੁਤ ਕੁਝ ਦਿੰਦਾ ਤੇ ਜੇ ਉਹੀ ਬੰਦਾ ਉਸ ਇਨਸਾਨ ਦੇ ਉਲਟ ਬੋਲੇ ਤੇ ਮੇਰਾ ਖਿਆਲ ਇਹ ਤੋਂ ਵੱਡਾ ਕਿਰਤਕਨ ਕੋਈ ਨਹੀਂ ਹੋ ਸਕਦਾ ਜਗਮ ਜੁੱਠੀ ਜੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਅੱਜ ਵੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕਾਂਗਰਸ ਦੀ ਆ ਚੱਲਦੀ ਇੱਥੇ ਅਕਾਲੀ ਦਲ ਦੀ ਆ ਰਾਜ ਅਕਾਲੀ ਦਲ ਦਾ ਵਾ ਖਾਸ ਕਰਕੇ ਜੇ ਤੁਹਾਡੇ ਮਜੀਠੀਆ ਹਲਕੇ ਦੀ ਗੱਲ ਕਰਾਂ ਕਿਸੇ ਨੇ ਕਿਸੇ ਥਾਣੇ 'ਚ ਫੋਨ ਕਰਨਾ ਹੋਵੇ ਤਾਂ ਲੱਗਦਾ ਕਿ ਸਭ ਤੋਂ ਪਹਿਲਾਂ ਉੱਥੇ ਬਿਕਰਮਜੀਤ ਮਜੀਠੀਆ ਦਾ ਫੋਨ ਚੱਲਦਾ ਇਹ ਕੰਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੁਸੀਂ ਕਿਵੇਂ ਵੇਖਦੇ ਹੋ ਵੇਖੋ ਜੀ ਇਹ ਕੰਮ ਬਿਲਕੁਲ ਨਹੀਂ ਹੋਣਾ ਚਾਹੀਦਾ ਪਰ ਕੁਝ ਅਫਵਾਹਾਂ ਹੁੰਦੀਆਂ ਕਈ ਵਾਰ ਸਾਨੂੰ ਮੈਸੇਜ ਆਉਂਦਾ ਜੀ ਉਹ ਫਲਾਣੇ ਨੇ ਕਹਿ ਦਿੱਤਾ ਮੇਜਰ ਸ਼ੀਵੀ ਨੇ ਕਹਿ ਦਿੱਤਾ ਉਹ ਕੰਮ ਹੋ ਗਿਆ ਜਦੋਂ ਉਹਦੀ ਘੋਖ ਕਰੀ ਦੀ ਕਾਰਨ ਕੁਝ ਹੋਰ ਨਿਕਲਦਾ ਕਿਉਂਕਿ ਜਿਹੜੇ ਬੰਦੇ ਉਸ ਟਾਈਮ ਜਿਨ੍ਹਾਂ ਦੇ ਭੀੜ ਪਈ ਹੁੰਦੀ ਆ ਉਹ ਕੁਝ ਗੱਲਾਂ ਆਣ ਕੇ ਸਾਨੂੰ ਗਲਤ ਵੀ ਦੱਸਦੇ ਆ ਜਦੋਂ ਵੈਰੀਫਾਈ ਕਰਦਾ ਉਹ ਠੀਕ ਹੁੰਦੀਆਂ ਮੈਂ ਤਕਰੀਬਨ ਆਪਣੇ ਵਰਕਰ ਸਾਹਿਬਾਨ ਆਪਣੇ ਸੱਜਣਾ ਮਿੱਤਰਾਂ ਜਿੰਨੇ ਵੀ ਸਾਡੇ ਵਰਕਰ ਵੋਟਰ ਸਪੋਰਟਰ ਉਹਨਾਂ ਦੀ ਗੱਲ ਕਹਿੰਦਾ ਨਾ ਵੀ ਜੋ ਵੀ ਗੱਲ ਅਸਲੀਅਤ ਉਹ ਆਣ ਕੇ ਦੱਸਿਆ ਕਰੋ ਅਫਸਰ ਨੂੰ ਜੋ ਅਸਲੀਅਤ ਦੱਸ ਦਈਏ ਭਾਵੇਂ ਆਪਾਂ ਗਲਤ ਵੀ ਹੋਏ ਅਫਸਰ ਫੇਰ ਵੀ ਮਤ ਕਰਦਾ ਜੇ ਅਸਲੀਅਤ ਦੱਸੀ ਅਸਲੀਅਤ ਦਾ ਪਤਾ ਹੁੰਦਾ ਅਫਸਰਾਂ ਨੂੰ ਸੋ ਐਵੇਂ ਗਲਤ ਗੱਲਾਂ ਨੇ ਵੀ ਬਿਕਰਮ ਦੀ ਚੱਲਦੀਆਂ ਅਸੀਂ ਵੀ ਜਦੋਂ ਥਾਣੇ ਫੋਨ ਕਰਦੇ ਹਾਂ SHO ਨੂੰ ਕਰਦੇ ਹਾਂ ਕਿ ਥੱਲੇ ਚੌਂਕੀ ਇੰਚਾਰਜ ਨੂੰ ਕਰਦੇ ਹਾਂ ASI ਕਿਸੇ ਨੂੰ ਕਰਦੇ ਹਾਂ ਡਿਪਟੀ ਸਾਹਿਬ ਨੂੰ ਕਰਦੇ ਹਾਂ ASP ਸਾਡੇ ਲੱਗੇ ਆ SSP SP ਜਿਨ੍ਹਾਂ ਨੂੰ ਕਰਦੇ ਹਾਂ ਪੂਰਾ ਮਾਣ ਹੁੰਦਾ ਰਿਗਾਰਡ ਹੁੰਦਾ ਵਾ ਕਿਸੇ ਵੇਲੇ ਕੋਈ ਕੰਮ ਇਹੋ ਜਿਹੇ ਹੁੰਦੇ ਜਿਹੜੇ ਨਹੀਂ ਹੋ ਸਕਦੇ ਉਹ ਕਿਸੇ ਦੇ ਵੀ ਇਹ ਨਹੀਂ ਵੀ ਅੱਜ ਉਹ ਬਿਕਰਮ ਜਦੋਂ ਪੂਰਾ ਪਾਵਰ ਸੀ ਉਹ ਬਿਕਰਮ ਦੇ ਨਹੀਂ ਹੁੰਦੇ ਇਹ ਵੇਖੋ ਜੀ ਇਹ ਆਪਣੇ ਸਿਸਟਮ ਨਾਲ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਜਦੋਂ ਵੀ ਕਿਤੇ ਰੈਲੀ ਹੁੰਦੀ ਉਦੋਂ ਕਹਿ ਦਿੰਦੀ ਆ ਇਹਨਾਂ ਪੁਲਿਸ ਵਾਲਿਆਂ ਨੂੰ ਕਿ ਸਾਡੀ ਸਰਕਾਰ ਆਊਗੀ ਜੇ ਸਾਡੇ ਕੰਮ ਨਾ ਕੀਤੇ ਜਾਂ ਲੋਕਾਂ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਇਸ ਤਰੀਕੇ ਨਾਲ ਤੁਹਾਨੂੰ ਜਿਹੜਾ ਵਾ ਚੋਣਾਂ ਦੇ ਵਿੱਚ ਜਾਂ ਇਲੈਕਸ਼ਨਾਂ ਤੋਂ ਬਾਅਦ ਜਦੋਂ ਸਾਡੀ ਸਰਕਾਰ ਆ ਗਈ ਤਾਂ ਉਹਦੇ ਜਿਹੜੇ ਆ ਜਵਾਬ ਲਵਾਂਗੇ ਤੁਹਾਡੇ ਕੋਲ ਇਹ ਸਿਰਫ ਐਵੇਂ ਮਤਲਬ ਸ਼ੋਸ਼ੇ ਛੱਡਣ ਦੇ ਆ ਸਰਕਾਰ ਇਹਨਾਂ ਦੀ ਕਿੱਥੇ ਆ ਜਾਣੀ ਜੀ ਮਾਲ ਵਿੱਚ ਇਹਨਾਂ ਨੂੰ ਕੋਈ ਵੰਡ ਨਹੀਂ ਦੇਣ ਡਿਆ ਬਣਾ ਕੇ ਬੈਠੇ ਸਰਕਾਰ ਕਹਿੰਦੇ ਬਾਈ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੈ ਮੈਂ ਕਿਹਾ ਜੀ ਹੁਣ ਉਹਨਾਂ ਦੇ ਕਹਿਣ ਨਾਲ ਥੋੜਾ ਬਣ ਜਾਣੀ ਬਣਾਉਣੀ ਤੇ ਤੁਹਾਨੂੰ ਪਹਿਲਾਂ ਮੈਂ ਕਿਹਾ ਜਨਤਾ ਨੇ ਆ ਬਣਾਉਣੀ ਪਬਲਿਕ ਨੇ ਵੋਟਰਾਂ ਨੇ ਬਣਾਉਣੀ ਆ ਤੇ ਵੋਟਰ ਤੋਂ ਉਹਨਾਂ ਤੋਂ ਕੋਹਾਂ ਦੂਰ ਨੇ ਤੁਹਾਡੇ ਸਾਹਮਣੇ ਕੋਈ ਕੰਮ ਵੀ ਜਿਹੜਾ ਇਹਨੇ ਕੰਮ ਕਿਹੜਾ ਚਾਹੀਦਾ ਕੀਤਾ ਇਹ ਪੰਥ ਦੇ ਰਖਵਾਲੇ ਆ ਕਿਹੜਾ ਕੰਮ ਚਾਹੀਦਾ ਕੀਤਾ ਗਣਾ ਦੇ ਨੇ ਇੱਕ ਕੰਮ ਹੀ ਝੂਠ ਤੋਂ ਸਵਾਦ ਨਾਲ ਕੀ ਕੀਤਾ ਵੇਖੋ ਜੇ ਹੁਣ ਇਹ ਕਹੀ ਜਾਵੇ ਇਹ ਤੇ ਉਦੋਂ ਨੋਟਾਂ ਦੀਆਂ ਬੱਸਾਂ ਵੀ ਭਰ ਭੇਜਦਾ ਸੀ ਕਿੱਥੇ ਗਈਆਂ ਬੱਸਾਂ ਇਹ ਗੱਲਾਂ ਸਭ ਝੂਠ ਆ ਇਹ ਮਤਲਬ ਇਹਦੇ ਵਿੱਚ ਝੂਠ ਤੋਂ ਸਿਵਾ ਕੁਝ ਨਹੀਂ ਬੋਲਦੇ ਇਹ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਗੁਰੂ ਦੇ ਘਰ ਜਾ ਕੇ ਵੀ ਝੂਠ ਬੋਲਣਾ ਨਹੀਂ ਹਟਦੇ ਅਸੀਂ ਵੇਖੋ ਇਹਨਾਂ ਨੂੰ ਇਹ ਨਹੀਂ ਕਹਿੰਦੇ ਲਿਆਉਣ ਤਾਂ ਸਹੀ ਸਰਕਾਰ ਪਰ ਪਹਿਲਾਂ ਦਬਕੇ ਮਾਰੀ ਜਾਂਦੇ ਦਬਕੇ ਕਾਹਦੇ ਮਾਰਦੇ ਸਰਕਾਰ ਆਊ ਫਿਰ ਗੱਲ ਕਰਿਓ ਸਰਕਾਰ ਮਾਲਵੇ ਤੇ ਤੁਹਾਨੂੰ ਕੋਈ ਵੰਡ ਨਹੀਂ ਦੇਣ ਡਿਆ ਇੱਥੇ ਮਾਝੇ 'ਚ ਵੀ ਇਹਨਾਂ ਸੀਟਾਂ ਕੋਈ ਗਿਣ ਕੇ ਦੱਸਦਾ ਕਿਹੜੀਆਂ ਸੀਟਾਂ ਇਹਨਾਂ ਦੀਆਂ ਸ਼ਹਿਰ ਅੰਮ੍ਰਿਤਸਰ 'ਚ ਦੱਸੋ ਕਿਹੜੀ ਸੀਟ ਕੱਢਦੇ ਆ ਆਪਾਂ ਪਹਿਲੋਂ ਇਹਨਾਂ ਨਾਲ ਜਿੱਤ ਕੇ ਬਹਿ ਜਾਈਏ ਘਰ ਆਪਣੇ ਪਹਿਲੋਂ ਜਿੱਤ ਕੇ ਬਹਿ ਜਾਈਏ ਜਦੋਂ ਇਲੈਕਸ਼ਨ ਆਊ ਉਦੋਂ ਵੇਖਾਂਗੇ ਵੀ ਤੁਹਾਨੂੰ ਕੌਣ ਚੱਲਦਾ ਵਾ ਤੁਸੀਂ ਕਿਹਦੇ ਜੇ ਤੁਸੀਂ ਚੰਗੇ ਕੰਮ ਕੀਤੇ ਤਾਂ ਤੁਹਾਨੂੰ ਤੇ ਕਿਸੇ ਇਲਜ਼ਾਮ ਦੀ ਲੋੜ 10 ਸਾਲ ਸਰਕਾਰ ਕੀਤੀ ਚੰਗੇ ਕੰਮ ਕੀਤੇ ਫਿਰ 17 ਦੀ ਕਿਉਂ ਨਹੀਂ ਜਿੱਤ ਗਏ ਕਿੰਨੀ ਬੁਰੀ ਤਰ੍ਹਾਂ ਹਾਰੇ ਜੇ ਤੀਜੇ ਨੰਬਰ ਤੇ ਚੱਲ ਗਏ ਜੇ ਆਪੋਜੀਸ਼ਨ 'ਚ ਵੀ ਹੈ ਨਹੀਂ ਤੁਸੀਂ ਇਹ ਸਿਰਫ ਸਭ ਅਫਵਾਹਾਂ ਸਿਰਫ ਡਰਾਉਂਦੇ ਆ ਬਸਪਾ ਦੇ ਨਾਲ ਵੀ ਗਠਬੰਧਨ ਕੀਤਾ ਤੁਹਾਨੂੰ ਲੱਗਦਾ ਬਸਪਾ ਦੇ ਨਾਲ ਗਠਬੰਧਨ ਕਰਨ ਦੇ ਨਾਲ ਅਕਾਲੀ ਦਲ ਨੂੰ ਕੋਈ ਵੱਡਾ ਜਿਹੜਾ ਫਰਕ ਪੈ ਸਕਦਾ ਜਾਂ ਵੱਡਾ ਹਾਸਲ ਜਿਹੜਾ ਹੋ ਸਕਦਾ ਸਰਕਾਰ ਬਣ ਸਕਦੀ ਬਾਈ ਦੇ ਵਿੱਚ ਮੈਂ ਕਿਹਾ ਜੀ ਜੇ ਇਹਨਾਂ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਕਹਿੰਦੇ ਬੀਜੇਪੀ ਨਾਲ ਟੁੱਟ ਗਿਆ ਕਿੰਨੀਆਂ ਸੀਟਾਂ ਸ਼ਹਿਰੀ ਜੀ ਠੀਕ ਹੈ ਬਾਕੀ ਵੇਖੋ ਅਸੀਂ ਕਿਸੇ ਨੂੰ ਕਮਜ਼ੋਰ ਨਹੀਂ ਕਹਿੰਦੇ ਇਲੈਕਸ਼ਨ ਜਦੋਂ ਲੜੀ ਦੀ ਉਦੋਂ ਕਿਸੇ ਨੂੰ ਕਮਜ਼ੋਰ ਨਹੀਂ ਗਿਣੀਦਾ ਪਰ ਇਹ ਆਪਾਂ ਜ਼ਰੂਰ ਕਹਿੰਦੇ ਆ ਕਿ ਇਹ ਜੋ ਮਰਜ਼ੀ ਕਰ ਲੈਣ ਜਿਹੜੇ ਮਰਜ਼ੀ ਹੱਥ ਕੰਡੇ ਵਰਤ ਲੈਣ ਇਹ ਸਤਾ ਵਿੱਚ ਨਹੀਂ ਆ ਸਕਦੇ ਜਿਸ ਤਰ੍ਹਾਂ ਚਟਾਲਿਆਂ ਦਾ ਹਾਲ ਉੱਥੇ ਹੋਇਆ ਹਰਿਆਣੇ 'ਚ ਉਸ ਤਰ੍ਹਾਂ ਇਹ ਸਤਾ 'ਚ ਨਹੀਂ ਸਾਰੀ ਉਮਰ ਆ ਸਕਦੀ ਜਗਮ ਜੂਠੀਆ ਜੀ ਬੀਜੇਪੀ ਦੇ ਨਾਲ ਅਕਾਲੀ ਦਲ ਦੀ ਨਹੀਂ ਨਿਭੀ ਟੁੱਟ ਗਈ ਭਾਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਟੁੱਟੀ ਆ ਅਸਤੀਫੇ ਦਿੱਤੇ ਤੁਹਾਨੂੰ ਲੱਗਦਾ ਕਿ ਬਸਪਾ ਦੇ ਨਾਲ ਨਿਭ ਪਊਗੀ ਅਹੁਦਿਆਂ ਨੂੰ ਲੈ ਕੇ ਵੀ ਜਿਵੇਂ ਟਕਸਾਲੀਆਂ ਨੇ ਵੱਖ-ਵੱਖ ਹੋ ਗਏ ਟਕਸਾਲੀ ਸਾਰੇ ਵੱਖ ਹੋ ਗਏ ਅਹੁਦਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਹੀ ਸੀ ਅਸਤੀਫਾ ਦੇ ਤੁਹਾਨੂੰ ਲੱਗਦਾ ਹੈ ਕਿ ਬਸਪਾ ਦੇ ਨਾਲ ਨਿਭ ਪਊਗੀ ਇਸੇ ਤਰੀਕੇ ਨਾਲ ਤੁਸੀਂ ਮੇਰਾ ਖਿਆਲ ਬਿਆਨ ਪੜ੍ਹਿਆ ਹੋਣਾ ਵਾ ਮੋਹਾਲੀ ਵਾਲੀ ਸੀਟ ਤੋਂ ਜੀ ਵੀ ਚੰਦੂ ਮਾਜਰਾ ਸਾਹਿਬ ਇਹਨਾਂ ਨਾਰਾਜ਼ ਹੋ ਗਏ ਵੀ ਮੋਹਾਲੀ ਸੀਟ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਕਿਉਂ ਦਿੱਤੀ ਹਾਲੀ ਥੋੜ੍ਹੇ ਦਿਨ ਹੋਰ ਖਲੋ ਜਾ ਵੇਖਿਓ ਜਿਹੜੀਆਂ ਇਹਨਾਂ ਸੀਟਾਂ ਦਿੱਤੀਆਂ ਨਾ ਉਹਨਾਂ ਸੀਟਾਂ ਤੋਂ ਇੰਨੀ ਵਿਰੋਧਤਾ ਹੋਣੀ ਆ ਕਿ ਇਹਨਾਂ ਦੇ ਬੰਦਿਆਂ ਨੇ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਨਹੀਂ ਪਾਉਣੀਆਂ ਤੁਸੀਂ ਨੋਟ ਕਰ ਲਿਓ ਗੱਲ ਇਹ ਸਿਰਫ ਹੱਥ ਕੰਡੇ ਵਰਤਣ ਦੇ ਵੀ ਸ਼ਾਇਦ
ਕਿਸੇ ਤਰੀਕੇ 'ਚੋਂ ਬੰਦਾ ਰੋੜ ਨਹੀਂ ਜਾਂਦਾ, ਕੱਖ ਨੂੰ ਵੀ ਹੱਥ ਪਾਉਂਦਾ ਵੀ ਸ਼ਾਇਦ ਕੱਖ ਹੀ ਬਚਾ ਲੇ, ਪਰ ਕੱਖ ਬਚਾਉਂਦਾ ਨਹੀਂਗਾ। ਇਹਨਾਂ ਨੂੰ ਇਹ ਗੱਲ 2022 'ਚ ਪਤਾ ਲੱਗ ਜਾਣਾ, ਪਤਾ ਇਹਨਾਂ ਨੂੰ ਹੁਣ ਵੀ ਆ, ਚਾਨਣ ਇਹਨਾਂ ਨੂੰ ਹੁਣ ਵੀ ਆ। ਇਹ ਸਿਰਫ ਜੇ ਵੇਖੋ ਇਹਨਾਂ ਨੂੰ ਇੰਨੇ ਬੰਦੇ ਕਿਉਂ ਛੱਡ ਗਏ, ਜਿਹੜੇ ਦਿੱਗਜ ਇਹਨਾਂ ਦੇ ਬੰਦੇ ਕਿਉਂ ਛੱਡ ਗਏ? ਛੱਡ ਕੇ ਇਸ ਕਰਕੇ ਗਏ ਕਿ ਬਾਦਲ ਸਾਹਿਬ ਤੁਸੀਂ ਜੋ ਕੰਮ ਕਰਦੇ ਹੋ ਇਹ ਤੁਹਾਡਾ ਮੁੰਡਾ ਤੇ ਤੁਹਾਡੇ ਮੁੰਡੇ ਦਾ ਸਾਲਾ ਬਿਲਕੁਲ ਉਹਦੇ ਉਲਟ ਕਰਨ ਡਿਆ, ਇਸ ਕਰਕੇ ਛੱਡ ਕੇ ਗਏ ਆ। ਤੇ ਜਿੰਨੇ ਬੰਦੇ ਇਹਨਾਂ ਨੂੰ ਛੱਡ ਕੇ ਗਏ ਆ, ਇਹਨਾਂ ਨੂੰ ਵੇਖਣਾ ਪਿਆ, ਇਹ ਸੋਚਦੇ ਆ, ਹੁਣ ਲੱਭਦੇ ਫਿਰਦੇ ਆ ਬੰਦੇ, ਪਰ ਇਹਨਾਂ ਨੂੰ ਲੱਭਣੇ ਨਹੀਂ ਗਏ। ਤੁਸੀਂ ਜੀਜੇ ਸਾਲੇ ਦੀ ਗੱਲ ਕੀਤੀ, ਮੈਨੂੰ ਯਾਦ ਆ ਗਿਆ ਨਵਜੋਤ ਸਿੰਘ ਸਿੱਧੂ ਹੋਣ ਦਾ ਇੱਕ ਸ਼ੇਰ ਜਿਹੜਾ ਉਹ ਗਾਉਂਦੇ ਹੁੰਦੇ ਸੀਗੇ। ਪਰ ਅੱਜ ਕੱਲ ਜਿਹੜਾ ਕਾਂਗਰਸ ਦੇ ਅੰਦਰ ਵੀ ਕਾਟੋ ਕਲੇਸ਼ ਚੱਲ ਰਿਹਾ, ਨਵਜੋਤ ਸਿੰਘ ਸਿੱਧੂ ਤੁਹਾਡਾ ਵੱਖਰਾ ਬਣਿਆ ਹੋਇਆ, ਕੈਪਟਨ ਤੁਹਾਡਾ ਵੱਖਰਾ ਬਣਿਆ, ਬੋਰਡ ਲਗਾਏ ਜਾ ਰਹੇ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਅਗਰ ਜੇ 20 ਤਰੀਕ ਨੂੰ ਸੋਨੀਆ ਗਾਂਧੀ ਕੋਈ ਇਸੇ ਤਰੀਕੇ ਦਾ ਫੈਸਲਾ ਦੇ ਦਿੰਦੇ ਆ ਨਵਜੋਤ ਸਿੰਘ ਸਿੱਧੂ ਦੇ ਹੱਕ ਜਾਂ ਕੈਪਟਨ ਦੇ ਹੱਕ 'ਚ, ਤਾਂ ਲਾਲੀ ਮਜੀਠੀਆ, ਜੱਗਾ ਮਜੀਠੀਆ ਕਿੱਧਰ ਸਟੈਂਡ ਕਰਦੇ ਆ? ਵੇਖੋ ਗੱਲ ਇੰਝ ਹੈ ਜੀ, ਇਹ ਹੈ ਤੁਸੀਂ ਸਵਾਲ ਜਿਹੜਾ ਪੁੱਛਿਆ, ਇਹ ਹਾਈ ਕਮਾਂਡ ਲੈਵਲ ਦਾ ਹੈ, ਇਹ ਸਾਡਾ ਇਹ ਲੈਵਲ ਨਹੀਂ ਹੈਗਾ, ਇਹ ਹਾਈ ਕਮਾਂਡ ਦਾ ਨਹੀਂ ਹੈਗਾ, ਕਿਉਂਕਿ ਮਜੀਠੇ ਹਲਕੇ ਦੇ ਵਿੱਚ ਤੁਸੀਂ ਸੇਵਾਵਾਂ ਨਿਭਾ ਰਹੇ ਹੋ, ਤੁਹਾਨੂੰ ਹਲਕਾ ਇੰਚਾਰਜ ਲਗਾਇਆ ਗਿਆ ਵਾ। ਅਸੀਂ ਤੁਹਾਨੂੰ ਦੱਸਿਆ ਜੀ, ਅਸੀਂ ਐਜ ਏ ਟਕਸਾਲੀ ਕਾਂਗਰਸੀ, ਐਜ ਏ ਕਾਂਗਰਸੀ ਸਾਨੂੰ ਜੋ ਵੀ ਅਹੁਦੇ ਮਿਲੇ ਐਜ ਏ ਕਾਂਗਰਸੀ ਮਿਲਿਆ, ਵੀ ਇਹ ਬੰਦੇ ਕਾਂਗਰਸ ਦੇ ਨਾਲ ਆ, ਕਾਂਗਰਸ ਦੀ ਸ਼ਾਖ ਨੇ, ਥੱਲੇ ਗਰਾਊਂਡ ਲੈਵਲ ਤੋਂ ਕਾਂਗਰਸ ਨਾਲ ਜੁੜੇ ਆ। ਅਸੀਂ ਕਦੋਂ ਦੇ ਕਾਂਗਰਸ ਨਾਲ, ਸਾਡੇ ਬਜ਼ੁਰਗ ਵੀ ਕਾਂਗਰਸ ਨਾਲ ਸੀਗੇ, ਅਸੀਂ ਬੀਬੀ ਪ੍ਰਕਾਸ਼ ਕੌਰ ਵੇਲੇ ਕਾਂਗਰਸੀ ਆ ਜੀ, ਤੇ ਅਸੀਂ ਕਾਂਗਰਸੀ ਆ। ਜੋ ਹਾਈ ਕਮਾਂਡ ਨੇ ਫੈਸਲਾ ਕਰਨਾ, ਵੇਖੋ ਉਹ ਤੇ ਫੈਸਲੇ ਹਾਈ ਕਮਾਂਡ ਦੇ ਆ, ਉਹ ਜੋ ਹਾਈ ਕਮਾਂਡ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਮਨਜ਼ੂਰ ਹੋਣਾ, ਉਹ ਤੇ ਹਰ ਇੱਕ ਮਤਲਬ ਲੀਡਰਾਂ ਨੂੰ ਮਨਜ਼ੂਰ ਹੋਣਾ। ਜੋ ਵੀ ਸੋਨੀਆ ਗਾਂਧੀ ਕਰਨਗੇ ਲਿਫਾਫੇ ਦੇ ਵਿੱਚੋਂ ਕੱਢਣਗੇ, ਜੋ ਵੀ ਆ ਉਹ ਤੁਸੀਂ ਮਨਜ਼ੂਰ ਕਰੋ। ਉਹ ਤੇ ਹਾਈ ਕਮਾਂਡ ਨੇ ਜੋ ਫੈਸਲਾ ਕੀਤਾ ਸਾਰੇ ਮਨਜ਼ੂਰ ਕਰਨਾ, ਇਕੱਲੇ ਮੈਂ ਥੋੜਾ ਕਰਨਾ, ਉਹ ਸਾਰੇ ਪੰਜਾਬ ਨੇ ਕਰਨਾ, ਇਹਦਾ ਹਾਈ ਕਮਾਂਡ ਦਾ ਫੈਸਲਾ। ਬੀਜੇਪੀ ਵੀ ਕਹਿ ਰਹੀ ਆ ਪੰਜਾਬ ਦੇ ਵਿੱਚ 22 ਦੇ ਵਿੱਚ ਅਸੀਂ ਸਰਕਾਰ ਬਣਾ ਲਈ, ਤੁਹਾਨੂੰ ਕੀ ਲੱਗਦਾ ਕਿੱਥੇ ਸਟੈਂਡ ਕਰ ਰਹੀ ਬੀਜੇਪੀ ਇਸ ਵਾਰ? ਵੇਖੋ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਸ ਤਰ੍ਹਾਂ ਬਾਦਲ ਸਰਕਾਰ ਬਣਾਉਣੀ ਚਾਹੁੰਦੇ ਆ, ਉਸ ਤਰ੍ਹਾਂ ਹੀ ਬੀਜੇਪੀ ਦੀ ਸਰਕਾਰ ਬਣ ਜਾਣੀ ਹੈ। ਉਹ ਕੈਂਡੀਡੇਟ ਤੇ ਲੱਭੋ ਪਹਿਲਾਂ 117 ਕੈਂਡੀਡੇਟ ਲੱਭੋਗੇ ਤਾਂ ਸਰਕਾਰ ਬਣਾਓਗੇ। ਕਈ ਵਾਰ ਇੱਥੇ ਪਿੰਡਾਂ 'ਚ ਅਸੀਂ ਤੁਹਾਨੂੰ 20 ਉਦਾਹਰਨਾਂ ਦੇ ਦਿੰਦੇ ਹਾਂ, ਸਰਪੰਚ ਖਲੋ ਜਾਂਦਾ ਤੇ ਸਰਪੰਚ ਦਾ ਮੇਰੇ ਕੋਲ ਮੈਂਬਰ ਹੈ ਨਹੀਂ, ਤੇ ਉਹਨੂੰ ਕਈ ਫਿਰ ਪੁੱਛੀਦਾ ਵੀ ਸਰਪੰਚ ਕਿਸ ਤਰ੍ਹਾਂ ਬਣ ਜਾਏਗਾ, ਤੇ ਜਿੱਥੇ ਨਹੀਂ ਮੈਂਬਰ ਹੁੰਦੇ ਸਰਪੰਚ ਹੱਟਦਾ ਵਾ, ਕਿਉਂਕਿ ਜੇ ਬਾਹਾਂ ਨਾਲ ਹੋਣਗੀਆਂ ਮੈਂਬਰ ਖਲੋਣਗੇ ਤੇ ਸਰਪੰਚ ਜਿੱਤੂਗਾ। ਉਹ 117 ਹਲਕਿਆਂ ਦੇ ਕੈਂਡੀਡੇਟ ਤੇ ਪਹਿਲਾਂ ਲੱਭ ਲਓ, ਜਦੋਂ ਤੁਹਾਨੂੰ 117 ਹਲਕਿਆਂ ਦੇ ਕੈਂਡੀਡੇਟ ਲੱਭ ਜਾਣਗੇ ਉਦੋਂ ਤੁਸੀਂ ਸਰਕਾਰ ਬਾਰੇ ਸੋਚੋ, ਪਹਿਲਾਂ ਕੈਂਡੀਡੇਟ ਲੱਭੋ। ਤੁਹਾਨੂੰ ਲੱਗਦਾ ਕਿ ਬੀਜੇਪੀ ਜਿਹੜੀ ਆ 17 ਸੀਟਾਂ ਦੇ ਕੈਂਡੀਡੇਟ ਲੱਗ ਪਾਊਗੀ, ਜਾਂ ਫਿਰ ਕਿਸਾਨਾਂ ਦਾ ਜੋ ਖੇਤੀ ਕਾਨੂੰਨ ਦੇ ਖਿਲਾਫ ਸੰਘਰਸ਼ ਕਰ ਰਿਹਾ ਉਹਦਾ ਅਸਰ ਵੀ ਜਿਹੜਾ ਪੰਜਾਬ ਸਰਕਾਰ ਤੇ ਜਾਂ ਮੌਜੂਦਾ ਹਾਲਾਤਾਂ ਤੇ ਪਵੇਗਾ? ਵੇਖੋ ਜਿਹੜਾ ਕਿਸਾਨਾਂ ਵਾਲਾ ਵਾ ਉਹਦਾ ਅਸਰ ਪੈਣਾ ਵਾ ਬੀਜੇਪੀ ਦੇ, ਕਿਉਂਕਿ ਬੀਜੇਪੀ ਨੇ ਉਲਟ ਕੀਤਾ, ਕੈਪਟਨ ਸਾਹਿਬ ਨੇ ਤਾਂ ਇੱਥੇ ਸਪੋਰਟ ਕੀਤੀ। ਤੁਸੀਂ ਵੇਖਿਆ ਹਰ ਥਾਂ ਤੇ, ਮਤਲਬ ਜੇ ਟੋਲ ਪਲਾਜ਼ਾ ਅੱਜ ਖਲੋਤੇ ਆ ਜਾਂ ਇੱਥੋਂ ਗਏ ਆ, ਕੈਪਟਨ ਸਾਹਿਬ ਦੀ ਸਪੋਰਟ ਨਾਲ ਕਿਸਾਨਾਂ ਨੂੰ ਉੱਥੇ ਦਿੱਲੀ ਤੱਕ ਪਹੁੰਚੇ ਆ। ਹਰਿਆਣੇ ਕਿੰਨੇ ਕਾਂਡੋ ਕਲੇਸ਼ ਹੋਏ, ਹਰਿਆਣੇ ਕਿੰਨਾ ਸਰਕਾਰ ਨੇ ਰੋਕਿਆ, ਕਿੰਨੇ ਨੁਕਸਾਨ ਕੀਤੇ, ਕਿੰਨੇ ਕੁ ਲਾਠੀ ਚਾਰਜ ਕੀਤੇ। ਸੋ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੇ ਹੱਕ 'ਚ ਆ, ਅੱਜ ਵੀ ਆ, ਕੱਲ੍ਹ ਵੀ ਆ ਤੇ ਸਦਾ ਰਹੂਗੀ। ਸੋ ਧੰਨਵਾਦ। ਇਹ ਸਨ ਜੱਗਾ ਮਜੀਠੀਆ ਜੀ, ਜਿਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਹਲਕਾ ਇੰਚਾਰਜ ਲਗਾਇਆ ਗਿਆ, ਜਿਨ੍ਹਾਂ ਦਾ ਕਹਿਣਾ ਹੈ ਕਿ 22 ਦੀਆਂ ਚੋਣਾਂ ਵਿੱਚ ਬਿਕਰਮਜੀਤ ਮਜੀਠੀਆ ਅਤੇ ਆਮ ਆਦਮੀ ਪਾਰਟੀ ਸਾਹਮਣੇ ਕੋਈ ਵੀ ਬੰਦਾ ਹੈ, ਉਹਨਾਂ ਨੂੰ ਇਹ ਡਟਵਾਂ ਮੁਕਾਬਲਾ ਦੇਣਗੇ। ਕੈਮਰਾਮੈਨ ਅਸ਼ਦੀਪ ਨਾਲ ਜਗਤਾਰ ਸਿੰਘ ਵਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।